रावण दो लोगों की सुनता था, मेघनाथ और कुंभकर्ण। वैसे ही नरेंद्र मोदी दो लोगों की सुनते हैं, अमित शाह और अडानी। ਇਹੋ ਜੀ ਪਲੈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹਨਾਂ ਨੂੰ ਚੁਣੌਤੀ ਦੇ ਸਕਦਾ ਹੈ, ਕੋਈ ਪਾਰਟੀ ਜਾਂ ਕੋਈ ਲੀਡਰ ਇਹਨਾਂ ਨੂੰ ਚੁਣੌਤੀ ਦੇ ਸਕਦਾ ਸੱਤਾ ਵਿੱਚ ਬੈਠੀ ਸਰਕਾਰ ਨੂੰ, ਤਾਂ ਉਹ ਕਾਂਗਰਸ ਪਾर्टी है तो राहुल गांधी है। इन्होंने मणिपुर में हिंदुस्तान की हत्या की है, सिर्फ मणिपुर की नहीं, हिंदुस्तान की हत्या की है। इनकी राजनीति ने जिस तरीके का व्यवहार आप टेबल पर आकर कर रहे हैं, इस तरीके से सदन नहीं चलेगा। ये तरीका ठीक नहीं है। जेकर ਅਸੀਂ ਭਾਸ਼ਾ ਆਪਣੀ ਜਾਨਵਰਾਂ ਵਾਲੀ ਜਾਂ ਉਹੋ ਜੀ ਰੱਖਾਂਗੇ ਤਾਂ ਕਿਧਰੇ ਨਾ ਕਿਧਰੇ ਉਹਦਾ ਬੈਡ ਇੰਪੈਕਟ ਪੈਂਦਾ ਹੈ। एक मेरी माँ यहाँ बैठी है, दूसरी माँ को आपने मणिपुर में मारा है। ਜੋ ਅੱਜ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਸ਼ਬਦ ਜਿਨ੍ਹਾਂ ਨੂੰ ਲੈ ਕੇ ਪਿੱਛੇ ਤਾਲੀਆਂ ਵੱਜੀਆਂ ਨੇ, ਕਹਿੰਦੇ ਭਾਰਤ ਮਾਤਾ ਦੇ ਜੇ ਅਸੀਂ ਕਹਿ ਸਕਦੇ ਹਾਂ ਕਿ ਕਾਂਡ ਹੈਗਾ ਜਿਹੜਾ ਉੱਤੇ ਹੋਇਆ, ਤਾਂ ਸਮ੍ਰਿਤੀ ਰਾਣੀ ਵੱਲੋਂ ਵੀ ਕਿਹਾ ਗਿਆ ਕਿ ਅਜਿਹੇ ਦੇ ਵਿੱਚ ਤਾੜੀਆਂ ਪਿੱਛੇ ਮਾਰਨੀਆਂ ਕਿੰਨੀ ਕੁ ਵਾਜਬ ਹੈਗੀਆਂ ਸੀ। ਭਾਰਤ ਮਾਤਾ ਦੀ ਗੱਲ ਕੀਤੀ ਗਈ ਇੱਥੇ। ਅੱਜ ਉਹ ਟਿੱਪਣੀ ਕਰ ਰਹੇ ਆ ਸੋਚ ਸਮਝ ਕੇ, ਸਿਰਫ ਉਹੀ ਚੰਦ ਦੋ ਲਾਈਨਾਂ ਚੱਕ ਕੇ ਤਾਂ 2 ਕਮੈਂਟ ਕਰ ਰਹੇ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਦੇਸ਼ ਦੇ ਹਾਲਾਤ ਚੱਲ ਕੀ ਰਹੇ ਆ। ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ, ਮਹਿੰਗਾਈ ਆਸਮਾਨ ਨੂੰ ਛੂ ਰਹੀ ਹੈ। ਠੀਕ ਹੈ, ਸਾਡੇ ਦੇਸ਼ ਦੀਆਂ ਸਰਹੱਦਾਂ ਮਹਿਫੂਜ਼ ਨਹੀਂ ਰਹੀਆਂ। ਸਾਡੇ ਗਵਾਂਢੀ ਮੁਲਕ ਜੇ ਗੱਲ ਕਰੀਏ ਚਾਈਨਾ ਦੀ, ਸਾਡੇ ਦੇਸ਼ ਦੀ ਸਰਹੱਦ ਦੇ ਵਿੱਚ ਆ ਕੇ ਕਬਜ਼ਾ ਕਰਦਾ ਜਾ ਰਿਹਾ। ਸਵਾਗਤ ਹੈ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸੰਦੀਪ ਕੰਬੋਜ। ਜਿਵੇਂ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਲਈ ਬੜੀ ਚੰਗੀ ਖਬਰ ਆਈ ਸੀ ਕਿ ਲੋਕ ਸਭਾ ਦੀ ਸੰਸਥਾ ਜਿਹੜੀ ਬਹਾਲ ਹੋਈ ਹੈ, ਤਾਂ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਐਨਐਸਯੂ ਦੇ ਗੁਰਜੋਤ ਸਿੰਘ ਸੰਧੂ ਹੈਗੇ ਨੇ, ਜਿਹੜੇ ਕਿ ਰਾਜਸਥਾਨ ਐਨਐਸਯੂ ਦੇ ਇੰਚਾਰਜ ਵੀ ਹੈਗੇ ਨੇ ਤੇ ਪੰਜਾਬ ਇੰਡੀਆ ਦੇ ਜਨਰਲ ਸਕੱਤਰ ਵੀ ਹੈਗੇ ਨੇ, ਤੇ ਨੂੰ ਅਤੇ ਮਣੀਪੁਰ ਦੀ ਘਟਨਾ ਤੇ ਵੀ ਅਸੀਂ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਹਮਦਰਦ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਸੋ ਸਾਰੇ ਦੇਖ ਰਹੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਤੁਸੀਂ ਕੱਲ ਬਹੁਤ ਖੁਸ਼ੀ ਦਾ ਮਾਹੌਲ ਸੀ, ਲੱਡੂਆਂ ਵੰਡੇ ਗਏ ਕਿਉਂਕਿ ਸੰਸਥਾ ਜਿਹੜੀ ਬਹਾਲ ਹੋਈ ਹੈ, ਉਸੇ ਕੁਰਸੀਆਂ ਉਸੇ ਜਿਹੜੇ ਘਰ ਦੀਆਂ ਜਿਹੜੀਆਂ ਚਾਬੀਆਂ ਵਾਪਸ ਮਿਲੀਆਂ ਨੇ। ਮੈਂ ਮੀਡੀਆ ਦੇ ਰਾਹੀਂ ਜੋ ਇੱਕ ਆਮ ਲੋਕ ਨੇ, ਦੇਸ਼ ਦੀ ਪੂਰੀ ਆਬਾਦੀ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਵੀ ਆਖਿਰਕਾਰ ਸੱਚਾਈ ਦੀ ਜਿੱਤ ਹੋਈ ਜੀ। ਜੋ ਦੇਸ਼ 'ਤੇ ਰਾਜ ਕਰ ਰਹੀ ਸੱਤਾ ਲਗਾਤਾਰ ਆਪਣੀ ਤਾਕਤ ਦਾ ਦੁਰਉਪਯੋਗ ਕਰਕੇ, ਤਾਨਾਸ਼ਾਹੀ ਦਾ ਰੂਪ ਧਾਰਨ ਕਰਕੇ ਲਗਾਤਾਰ ਦੇਸ਼ ਦੇ ਹਿੱਤ ਵਿੱਚ ਬੋਲਣ ਵਾਲੇ ਲੀਡਰਾਂ ਦੇ ਖਿਲਾਫ ਕਾਰਵਾਈ ਕਰਦੀ ਜਾ ਰਹੀ ਹੈ। ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੇ ਖਿਲਾਫ ਜੇ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਤਾਂ ਸਾਡੇ ਦੇਸ਼ ਦੇ ਕਾਂਗਰਸ ਪਾਰਟੀ ਦੇ ਲੀਡਰ ਰਾਹੁਲ ਗਾਂਧੀ ਜੀ ਦੇ ਖਿਲਾਫ ਉਹਨਾਂ ਦੀ ਮੈਂਬਰਸ਼ਿਪ ਨੂੰ ਬਰਖਾਸਤ ਕਰਕੇ ਇਹਨਾਂ ਨੇ ਜੋ ਇੱਕ ਕੋਸ਼ਿਸ਼ ਕੀਤੀ, ਇਹੋ ਜੀ ਪਲੈਨਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹਨਾਂ ਨੂੰ ਚੁਣੌਤੀ ਦੇ ਸਕਦਾ ਹੈ, ਕੋਈ ਪਾਰਟੀ ਜਾਂ ਕੋਈ ਲੀਡਰ ਇਹਨਾਂ ਨੂੰ ਚੁਣੌਤੀ ਦੇ ਸਕਦਾ ਸੱਤਾ ਵਿੱਚ ਬੈਠੀ ਸਰਕਾਰ ਨੂੰ, ਤਾਂ ਉਹ ਕਾਂਗਰਸ ਪਾਰਟੀ ਹੈ ਤੇ ਉਹ ਰਾਹੁਲ ਗਾਂਧੀ ਹੈ। ਤੇ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਮੈਂਬਰਸ਼ਿਪ ਨੂੰ ਡਿਸਕੁਆਲੀਫਾਈ ਕੀਤਾ ਤੇ ਆਖਰਕਾਰ ਸਾਡੀ ਦੇਸ਼ ਦੀ ਨਿਆਂ ਪ੍ਰਣਾਲੀ ਨੇ ਉਹਨਾਂ ਨੂੰ ਮੁੜ ਦੁਬਾਰਾ ਮੌਕਾ ਦਿੱਤਾ। ਮਾਫੀ ਦੀ ਗੱਲਾਂ ਵੀ ਚੱਲ ਰਹੀਆਂ ਸੀ ਕਿ ਮਾਫੀ ਮੰਗ ਲੈਣ ਤਾਂ ਸਾਰਾ ਕੁਝ ਠੀਕ ਹੋ ਜਾਏਗਾ। ਨਹੀਂ, ਗੱਲ ਕਰੋ, ਅਸੂਲ ਵੀ ਜ਼ਰੂਰੀ ਹੈ, ਤੁਹਾਡੇ ਜ਼ਿੰਦਗੀ 'ਚ ਪ੍ਰਿੰਸੀਪਲਸ ਵੀ ਜ਼ਰੂਰੀ ਹੈ। ਜੇ ਗੱਲ ਕਰੀਏ ਅਸੀਂ ਮਾਫੀ ਅਸੀਂ ਉੱਥੇ ਮੰਗ ਸਕਦੇ ਹਾਂ ਜਿੱਥੇ ਲੋਕਾਂ ਦਾ ਫਾਇਦਾ ਹੋਵੇ ਤੇ ਜਿੱਥੇ ਬੰਦੇ ਦੀ ਗਲਤੀ ਹੋਵੇ। ਜਦੋਂ ਸਾਨੂੰ ਪਤਾ ਹੈ ਵੀ ਉਸ ਲੀਡਰ ਦੀ, ਉਸ ਪਾਰਟੀ ਦੀ ਸਾਡੀ ਇੱਕ ਆਈਡੀਓਲੋਜੀ ਹੈ, ਸਾਡੇ ਇੱਕ ਅਸੂਲ ਹੈ, ਜੇ ਅਸੂਲਾਂ ਤੋਂ ਗੱਲ ਬਾਅਦ ਵੀ ਜਾਊਗੀ, ਜੇ ਸਾਡੀ ਪਾਰਟੀ ਦਾ ਬੰਦਾ ਵੀ ਕੋਈ ਕਈ 4 ਸਟੇਟਾਂ ਦੇ ਵਿੱਚ ਸਾਡੀ ਗਵਰਨਮੈਂਟ ਹੈ, ਕੋਈ ਸਾਡਾ ਸੀਨੀਅਰ ਲੀਡਰ ਵੀ ਇਹੋ ਜਿਹੇ ਜੋ ਕੋਈ ਫੈਸਲੇ ਲੈਂਦਾ ਹੈ ਜੋ ਪਬਲਿਕ ਦੇ ਖਿਲਾਫ ਹੈ, ਤਾਂ ਅਸੀਂ ਪਬਲਿਕ ਦੇ ਨਾਲ ਜਾ ਕੇ ਖੜਾਂਗੇ। ਅਸੀਂ ਜਿਵੇਂ ਮੈਂ ਐਨਐਸਯੂ ਤੋਂ ਆਉਣਾ, ਸਟੂਡੈਂਟ ਆਰਗੇਨਾਈਜੇਸ਼ਨ ਹੈ, ਜੇ ਕਿਧਰੇ ਕੋਈ ਇਹੋ ਜਿਹਾ ਕਾਂਡ ਹੁੰਦਾ ਹੈ ਜੋ ਸਟੂਡੈਂਟ ਦੇ ਖਿਲਾਫ ਹੈ, ਅਸੀਂ ਸਟੂਡੈਂਟ ਦੇ ਹੱਕ ਵਿੱਚ ਖੜ ਕੇ ਆਪਣੀ ਪਾਰਟੀ ਜੋ ਉਸ ਸਰਕਾਰ ਸਟੇਟ ਦੇ ਵਿੱਚ ਹੈਗੀ ਆ ਉਹਨਾਂ ਨੂੰ ਵੀ ਕੁਐਸਚਨ ਪੁੱਟ ਕਰਾਂਗੇ। ਇਹ ਸਾਡਾ ਰਾਈਟ ਹੈ। ਆਮ ਜੇ ਮੈਜੋਰਟੀ ਦੀ ਜੋ ਆਵਾਜ਼ ਹੈ ਉਹ ਆਮ ਜੋ ਸਾਡੇ ਐਨਐਸਯੂ ਦੇ ਕਾਂਗਰਸ ਦੀ ਲੀਡਰਾਂ ਦੀ ਆਵਾਜ਼ ਹੈ। ਸ਼ਬਦਾਂ 'ਤੇ ਕੰਟਰੋਲ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਸੈਸ਼ਨ ਹੁੰਦੇ ਨੇ ਤਾਂ ਅਜਿਹੇ ਸ਼ਬਦ ਬੋਲੇ ਜਾਂਦੇ ਨੇ ਸ਼ਾਇਦ ਉਹ ਜਿਹੜੇ ਆਪਣੇ ਸਮਾਜ ਨੂੰ ਵੀ ਜਿਹੜੇ ਸੂਟ ਨਹੀਂ ਕਰਦੇ ਤੇ ਸਾਡੀ ਜਿਹੜੀ ਸੰਸਕ੍ਰਿਤੀ ਦੇ ਵਿੱਚ ਵੀ ਸ਼ਾਇਦ ਉਹ ਆਪਾਂ ਨਹੀਂ ਉਹਨਾਂ ਨੂੰ ਬੋਲਦੇ। ਬਿਲਕੁਲ ਜੀ, ਹਰ ਚੀਜ਼ ਦੀ ਇੱਕ ਮਰਿਆਦਾ ਹੁੰਦੀ ਹੈ ਵੀ ਤੁਹਾਡੇ ਜਿਹੜੇ ਸ਼ਬਦ ਆ ਜਾਂ ਤੁਹਾਡੀ ਲੈਂਗੁਏਜ ਹੈ ਉਹ ਇੱਕ ਉਹਦੀ ਹਲੀਮੀ ਤੇ ਉਹਦੀ ਇੱਕ ਲਿਮਟ ਹੋਣੀ ਚਾਹੀਦੀ ਹੈ। ਅਸੀਂ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ ਤੇ ਸੁਸਾਇਟੀ ਦੇ ਵਿੱਚ ਕਿਧਰੇ ਨਾ ਕਿਧਰੇ ਇੱਕ ਇਨਸਾਨ ਨੂੰ ਇੱਕ ਦਰਜਾ ਦਿੱਤਾ ਗਿਆ। ਜੇਕਰ ਅਸੀਂ ਭਾਸ਼ਾ ਆਪਣੀ ਜਾਨਵਰਾਂ ਵਾਲੀ ਜਾਂ ਉਹੋ ਜੀ ਰੱਖਾਂਗੇ ਤਾਂ ਕਿਧਰੇ ਨਾ ਕਿਧਰੇ ਉਹਦਾ ਬੈਡ ਇੰਪੈਕਟ ਪੈਂਦਾ, ਨੈਗੇਟਿਵ ਇੰਪੈਕਟ ਪੈਂਦਾ। ਤੁਹਾਨੂੰ ਆਪਣੀ ਜੋ ਬਾਡੀ ਲੈਂਗੁਏਜ ਹੈ ਜਾਂ ਤੁਹਾਡੀ ਇੱਕ ਭਾਸ਼ਾ ਹੈ ਉਹ ਇੱਕ ਇਹੋ ਜਿਹੀ ਹੋਣੀ ਚਾਹੀਦੀ ਹੈ ਜੋ ਆਮ ਪਬਲਿਕ ਸੁਣਨਾ ਚਾਹਵੇ।
ਪਰ ਖਾਸ ਕਰਕੇ ਤੁਹਾਡੀ ਸਭ ਤੋਂ ਮੇਨ ਜੋ ਤੁਹਾਡਾ ਮੋਟਿਵ ਹੋਣਾ ਚਾਹੀਦਾ ਉਹ ਸੱਚਾਈ ਦਾ ਹੋਣਾ ਚਾਹੀਦਾ, ਲੋਕਾਂ ਦੇ ਮੁੱਦਿਆਂ ਦਾ ਹੋਣਾ ਚਾਹੀਦਾ। ਜਿਵੇਂ ਸਾਡੇ ਦੇਸ਼ ਦੇ ਵਿੱਚ ਹਾਲਾਤ ਜੋ ਚੱਲ ਰਹੇ ਆ ਉਹਨਾਂ ਤੋਂ ਖਾਸ ਕਰਕੇ ਜੋ ਇੱਕ ਮੀਡੀਆ ਦੇ ਸਾਡੇ ਦੇਸ਼ ਦੀ ਜੋ ਮੀਡੀਆ ਜਿਹਨੂੰ ਇੱਕ ਸੰਵਿਧਾਨ ਦਾ ਪਿੱਲਰ ਮੰਨਿਆ ਜਾਂਦਾ, ਕਿਧਰੇ ਨਾ ਕਿਧਰੇ ਉਹ ਵੀ ਇਸ ਸਰਕਾਰ ਦੇ ਜੋ ਇੱਕ ਪਲੈਨਿੰਗ ਦੇ ਵਿੱਚ ਉਹਦੇ ਅਧੀਨ ਹੋ ਕੇ ਕੰਮ ਕਰਦਾ ਹੈ। ਨੂੰਹ ਦੇ ਮੈਂ ਕਿੱਥੇ ਗੱਲ ਕਰਾਂਗੇ, ਨੂੰਹ ਦੀ ਗੱਲ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਨੂੰਹ ਦੇ ਵਿੱਚ ਜਿਹੜੀ ਘਟਨਾ ਹੋਈ ਮਣੀਪੁਰ ਦੇ ਵਿੱਚ, ਉਸ ਤੋਂ ਪਹਿਲਾਂ ਘਟਨਾ ਹੋਈ ਹੈ ਜਿਸ ਨੇ ਕਾਫੀ ਜਿਹੜਾ ਅਸੀਂ ਸਾਡੇ ਦੇਸ਼ ਨੂੰ ਸ਼ਰਮਸਾਰ ਵੀ ਕੀਤਾ ਹੈ। ਕਾਫੀ ਲੀਡਰ ਵੀ ਸਾਹਮਣੇ ਆਏ ਨੇ, ਓਪੋਜੀਸ਼ਨ ਸਾਹਮਣੇ ਆਈ, ਪਰ ਇੰਨੀ ਲੇਟ ਅਸੀਂ ਕਹਿ ਸਕਦੇ ਹਾਂ 80 ਦਿਨਾਂ ਦੇ ਬਾਅਦ ਜਿਹੜਾ ਮਾਮਲਾ ਸਾਹਮਣੇ ਆਇਆ। ਜੇ ਗੱਲ ਕਰੀਏ ਅਸੀਂ ਨੂੰਹ ਦੇ ਵਿੱਚ ਨੂੰਹ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਹਰਿਆਣੇ ਦਾ, ਸਾਡੇ ਦੇਸ਼ ਦੇ 740 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਇਹੋ ਜਿਹਾ ਜ਼ਿਲ੍ਹਾ ਜਿਹੜਾ ਦੇਸ਼ ਦਾ ਸਭ ਤੋਂ ਪਛੜਿਆ ਹੋਇਆ ਜ਼ਿਲ੍ਹਾ ਹੈ। ਉੱਥੇ ਅੱਜ ਕਿਹੋ ਜਿਹੇ ਹਾਲਾਤ ਚੱਲ ਰਹੇ ਆ ਉਹਦੇ ਤੋਂ ਸਰਕਾਰ, ਮੀਡੀਆ, ਸਰਕਾਰਾਂ ਦਰਬਾਰਾ ਸਭ ਕੁਝ ਚੰਗੀ ਤਰ੍ਹਾਂ ਜਾਣੂ ਹੈ, ਪਰ ਫਿਰ ਵੀ ਉਸ ਨੂੰ ਸਭ ਕੁਝ ਦੇਖ ਕੇ ਵੀ ਅਣਦੇਖਿਆ ਕੀਤਾ ਜਾ ਰਿਹਾ, ਉਸ ਨੂੰ ਦਰਕਰਾਰ ਕੀਤਾ ਜਾ ਰਿਹਾ। ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਬਹੁਤ ਵੱਡੀ ਸਾਜ਼ਿਸ਼ ਹੈ। 24 ਦੇ ਇਲੈਕਸ਼ਨਾਂ ਨੂੰ ਲੈ ਕੇ ਲਾ ਲਓ ਜਾਂ ਅਗਲੇ ਸਾਲ 24 ਦੇ ਵਿੱਚ ਹਰਿਆਣੇ ਦੇ ਵਿੱਚ ਇਲੈਕਸ਼ਨ ਵੀ ਹੈ, ਕਿਧਰੇ ਨਾ ਕਿਧਰੇ ਜੋ ਇਹਨਾਂ ਦੀ ਇੱਕ ਸੋਚ ਹੈ ਭਰਾ ਨੂੰ ਭਰਾ ਨਾਲ ਲੜਾਉਣ ਦੀ ਗੱਲ, ਚਾਹੇ ਉਹ ਹਿੰਦੂ ਮੁਸਲਿਮ ਦਾ ਮੁੱਦਾ ਕਰ ਲਓ, ਚਾਹੇ ਉਹ ਤੁਸੀਂ ਗਰੀਬ ਅਮੀਰ ਦਾ ਮੁੱਦਾ ਕਰ ਲਓ, ਕੋਈ ਨਾ ਕੋਈ ਇੱਕ ਇਹੋ ਜਿਹੀ ਪਲੈਨਿੰਗ ਲੈ ਕੇ ਆਉਂਦੇ। ਪੋਲਿਟਿਕਸ ਹੈਗੀ ਸਾਰੀ ਇਹ, ਬਿਲਕੁਲ ਸਰਾਸਰ ਇਹਦੇ ਵਿੱਚ ਕਿਧਰੇ ਨਾ ਕਿਧਰੇ ਜੋ ਇਸ ਤਰ੍ਹਾਂ ਦੀ ਜੋ ਸੱਤਾ ਵਿੱਚ ਬੈਠੀ ਸਰਕਾਰ ਦੁਆਰਾ ਜੋ ਇਦਾਂ ਦੇ ਛੜਯੰਤਰ ਰਚੇ ਜਾਂਦੇ ਆ, ਲੋਕਾਂ ਨੂੰ ਆਪਸ ਵਿੱਚ ਲੜਾ ਕੇ ਉਹਨਾਂ ਤੋਂ ਵੋਟਾਂ ਬਟੋਰਨ ਦਾ ਕੰਮ ਕੀਤਾ ਜਾਂਦਾ। ਜਦੋਂ ਉਸ ਸਟੇਟ ਦੇ ਵਿੱਚ ਜਾਂ ਕੋਈ ਵੀ ਇਲੈਕਸ਼ਨ ਨੇੜੇ ਆਉਂਦਾ ਇਹਨਾਂ ਨੂੰ ਨਜ਼ਰ ਆਉਂਦਾ ਤੇ ਇਹੋ ਜਿਹੇ ਇਹਨਾਂ ਤੋਂ ਕੁਛ ਅਸੀਂ ਉਮੀਦ ਕਰ ਸਕਦੇ ਹਾਂ ਵੀ ਹਮੇਸ਼ਾ ਹੀ, ਅੱਜ ਦੇ ਨਹੀਂ, ਨੂੰਹ ਦੀ ਗੱਲ ਕਰਦੇ ਹਾਂ, ਇਸ ਤੋਂ ਪਹਿਲਾਂ ਮਣੀਪੁਰ ਦੇ ਵਿੱਚ ਕਿੱਡਾ ਵੱਡਾ ਵੀ ਇੱਕ ਕੁਕੀ ਅਤੇ ਮੇਤੀ ਕਮਿਊਨਿਟੀ ਦੇ ਵਿੱਚ ਜੋ ਇੱਕ ਲੜਾਈ ਚੱਲ ਰਹੀ ਹੈ ਤੇ ਕਿਧਰੇ ਨਾ ਕਿਧਰੇ ਜੋ ਇੱਕ ਸਰਕਾਰ ਦਾ ਰੋਲ ਰਹਿਣਾ ਚਾਹੀਦਾ, ਉੱਥੇ ਸਰਕਾਰ ਕਿਹਦੀ ਹੈ? ਸਰਕਾਰ ਹੈ ਬੀਜੇਪੀ ਦੀ। ਤੇ ਬੀਜੇਪੀ ਸਰਕਾਰ ਦਾ ਜਿਹੜਾ ਸੀਐਮ ਹੈ ਉਹਦਾ ਕੀ ਰੋਲ ਹੋਣਾ ਚਾਹੀਦਾ ਵੀ ਦੋਨਾਂ ਕਮਿਊਨਿਟੀਆਂ ਨੂੰ ਬਿਠਾ ਕੇ ਜੋ ਉਹਨਾਂ ਦੇ ਸੀਨੀਅਰ ਲੋਕ ਹੈ ਉਹਨਾਂ ਦੀ ਕਿਧਰੇ ਨਾ ਕਿਧਰੇ ਸੁਲ੍ਹਾ ਹੋਵੇ, ਇੱਕ ਕਿਧਰੇ ਨਾ ਕਿਧਰੇ ਇਹੋ ਜਿਹੇ ਪਲੇਟਫਾਰਮ ਤੇ ਲਿਆ ਕੇ ਉਹਨਾਂ ਨੂੰ ਦੋਨਾਂ ਨੂੰ ਕਿਧਰੇ ਨਾ ਕਿਧਰੇ ਸੈਟਿਸਫਾਈਡ ਕਰਕੇ ਉਹਨਾਂ ਦੇ ਜੋ ਉਹਨਾਂ ਦੀ ਸੁਣਵਾਈ ਕੀਤੀ ਜਾਵੇ। ਪਰ ਜਿਵੇਂ ਅਸੀਂ ਦੇਖਿਆ 200 ਤੋਂ ਜ਼ਿਆਦਾ ਮਣੀਪੁਰ ਦੇ ਵਿੱਚ ਹੁਣ ਤੱਕ ਮੌਤਾਂ ਹੋ ਚੁੱਕੀਆਂ। ਇੱਕ ਬਹੁਤ ਹੀ ਸ਼ਰਮਸਾਰ ਇੱਕ ਇੰਸੀਡੈਂਟ ਥੋੜ੍ਹੇ ਦਿਨ ਪਹਿਲਾਂ ਨਿਕਲ ਕੇ ਆਇਆ, ਇੱਕ ਸਾਡੇ ਦੇਸ਼ ਦੀ ਮਹਿਲਾ, ਜਿਵੇਂ ਸਾਡੀ ਆਬਾਦੀ ਦੀ 50% ਕੰਟਰੀਬਿਊਸ਼ਨ ਔਰਤਾਂ ਦਾ ਵੀ ਹੈ, ਤੇ ਜੋ ਇੰਸੀਡੈਂਟ ਅਸੀਂ ਦੇਖਿਆ ਵੀ ਕਿਸ ਤਰ੍ਹਾਂ ਇੱਕ ਮਹਿਲਾ ਵਿਚਾਰੀ ਸੜਕ ਦੇ ਉੱਪਰ ਕਿਸ ਹਾਲਾਤਾਂ ਵਿੱਚ ਘੁੰਮ ਰਹੀ ਸੀ, ਤਾਂ ਉਹਦੇ ਉੱਪਰ 77-78 ਦਿਨਾਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀ ਸਟੇਟਮੈਂਟ ਉਦੋਂ ਆ ਕੇ ਦੇਣੀ ਵਾਜਬ ਸਮਝੀ ਜਦੋਂ ਉਸਨੇ ਇਹ ਇੰਸੀਡੈਂਟ ਦੇਖਿਆ। ਮਜਬੂਰਨ ਉਹਨਾਂ ਨੂੰ ਲੱਗਿਆ ਵੀ ਹੁਣ ਪਾਣੀ ਸਿਰ ਤੋਂ ਨਿਕਲ ਚੁੱਕਿਆ। ਤੇ ਇਸ ਤਰ੍ਹਾਂ ਦੇ ਹਾਲਾਤ ਸਾਡੇ ਸਾਡਾ ਦੇਸ਼ ਲੋਕਤੰਤਰ ਦੇਸ਼ ਹੈ, ਡੈਮੋਕ੍ਰੇਸੀ ਹੈ, ਇਸ ਤਰ੍ਹਾਂ ਦੇ ਹਾਲਾਤ ਸਾਡੇ ਦੇਸ਼ ਵਿੱਚ ਦੇਖੇ ਜਾ ਰਹੇ ਆ, ਤਾਂ ਕਿਤੇ ਨਾ ਕਿਤੇ ਤੁਸੀਂ ਸੋਚ ਸਕਦੇ ਹੋ ਵੀ ਸਾਡਾ ਦੇਸ਼ ਕਿਹੋ ਜਿਹੀਆਂ ਸਥਿਤੀਆਂ ਦੇ ਵਿੱਚੋਂ ਨਿਕਲ ਰਿਹਾ, ਕਿਵੇਂ ਆਮ ਲੋਕਾਂ ਨੂੰ, ਗਰੀਬ ਲੋਕਾਂ ਨੂੰ ਵੰਡਿਆ ਜਾ ਰਿਹਾ, ਦੱਬਿਆ ਕੁਚਲੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਵੋਟਾਂ ਬਟੋਰਨ ਦਾ ਜੋ ਕੰਮ ਕੀਤਾ ਜਾ ਰਿਹਾ ਹੈ। ਸਰਾਸਰ ਸੈਕੂਲਰਿਜ਼ਮ ਜੋ ਇੱਕ ਹੁੰਦਾ ਸਾਡੇ ਦੇਸ਼ ਦਾ ਸੈਕੂਲਰ ਫੈਡਰਲ ਸਟਰਕਚਰ, ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਓਪੋਜੀਸ਼ਨ ਦੀ ਅਸੀਂ ਜੇ ਗੱਲ ਕਰੀਏ, ਜਿਵੇਂ ਤੁਸੀਂ ਓਪੋਜੀਸ਼ਨ ਦੀ ਗੱਲ ਕਰੀ ਵੀ ਮੋਦੀ ਨੇ ਇਸ 'ਤੇ, ਨਰਿੰਦਰ ਮੋਦੀ ਨੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ 'ਤੇ ਕੋਈ ਸਟੇਟਮੈਂਟ ਨਹੀਂ ਦਿੱਤੀ, ਪਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ, ਆਪਾਂ ਗੱਲ ਕਰੀ ਸੀ ਰਾਹੁਲ ਗਾਂਧੀ ਜੀ ਤੋਂ ਸ਼ੁਰੂ, ਉਹਨਾਂ ਦੀ ਜੋ ਮੈਂਬਰਸ਼ਿਪ ਉਹਨੂੰ ਦੁਬਾਰਾ ਬਹਾਲ ਕੀਤਾ ਗਿਆ, ਤਾਂ ਉਹਨਾਂ ਨੇ ਮਣੀਪੁਰ ਜਾ ਕੇ ਲੋਕਾਂ ਦੀ ਆਵਾਜ਼ ਵੀ ਚੁੱਕੀ, ਉਹਨਾਂ ਦੇ ਖਿਲਾਫ ਜੋ ਅਤਿਆਚਾਰ ਕੀਤਾ ਜਾਏ ਉਹਨਾਂ ਦੇ ਹੱਕ ਵਿੱਚ ਜਾ ਕੇ ਉਹਨਾਂ ਦੀ ਗੱਲ ਕਰੀ। ਤੇ ਅੱਜ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਨੇ ਘੱਟੋ ਘੱਟ ਨਹੀਂ ਜ਼ਿਆਦਾ ਤਾਂ 15 ਮਿੰਟ ਮਣੀਪੁਰ ਦੇ ਇਸ਼ੂ ਨੂੰ ਲੈ ਕੇ ਗੱਲ ਕੀਤੀ। ਪਰ ਜਦੋਂ ਤੁਸੀਂ ਉਹਨਾਂ ਦੇ ਮਣੀਪੁਰ ਦੇ ਇਸ਼ੂ ਨੂੰ ਉਠਾ ਰਹੇ ਸੀ ਤਾਂ ਉਹਨਾਂ ਦੇ ਉੱਪਰੋਂ ਕੈਮਰਾ ਹਟਾ ਕੇ ਕਿਧਰੇ ਨਾ ਕਿਧਰੇ ਸਪੀਕਰ ਦੇ ਉੱਪਰ ਜਾਂ ਉਹਨਾਂ ਨੂੰ ਡਿਸਟਰੈਕਟ ਕੀਤਾ ਜਾ ਰਿਹਾ ਸੀ। ਵੀ ਇਸ ਤਰ੍ਹਾਂ ਦਾ ਤੁਸੀਂ ਸੋਚ ਸਕਦੇ ਹੋ ਵੀ ਇੱਕ ਜੋ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਵੀ ਕਿਧਰੇ ਨਾ ਕਿਧਰੇ ਇਹਨਾਂ ਚੀਜ਼ਾਂ ਤੋਂ ਜਾਣੂ ਆ। ਆਉਣ ਵਾਲੇ ਸਮੇਂ 'ਚ ਸਾਨੂੰ ਸਾਰਿਆਂ ਨੂੰ ਯੂਨਾਈਟਡ ਹੋ ਕੇ ਇੱਕ ਮਤਲਬ ਵੀ ਟਰਾਂਸਪੇਰੈਂਸੀ ਦੇ ਨਾਲ ਇਹੋ ਜਿਹੇ ਲੀਡਰ ਨੂੰ ਅੱਗੇ ਲਿਆਉਣ ਦੀ ਲੋੜ ਆ ਜੋ ਸਾਡੇ ਦੇਸ਼ ਦੀ ਉੱਨਤੀ ਅਤੇ ਤਰੱਕੀ ਦੀ ਗੱਲ ਕਰੇ, ਹਰ ਧਰਮ ਦੀ ਗੱਲ ਕਰੇ, ਸੱਚਾਈ ਦੀ ਗੱਲ ਕਰੇ, ਟਰਾਂਸਪੇਰੈਂਸੀ ਨਾਲ ਮੈਰਿਟ ਦੀ ਗੱਲ ਕਰੇ। ਇਹੋ ਜਿਹੇ ਲੀਡਰ ਨੂੰ ਅੱਗੇ ਲਿਆਉਣ ਦੀ ਸਖਤ ਲੋੜ ਹੈ। ਤੁਹਾਨੂੰ ਲੱਗਦਾ ਕਿ ਧਰਮ ਨਿਰਪੱਖਤਾ ਦੀ ਗੱਲ ਹੋ ਰਹੀ ਹੈ ਇੱਥੇ, ਕਿਸੇ ਇੱਕ ਧਰਮ ਨੂੰ ਅੱਗੇ ਕੀਤਾ ਜਾ ਰਿਹਾ ਹੈ? ਨਹੀਂ, ਧਰਮ ਨਿਰਪੱਖਤਾ ਦੀ ਗੱਲ ਮੈਂ ਇੱਦਾਂ ਕਹਿਣਾ ਚਾਹੂੰਗਾ ਵੀ ਕਿਧਰੇ ਨਾ ਕਿਧਰੇ ਜਦੋਂ ਵੋਟਾਂ ਨੂੰ ਲੈ ਕੇ ਜਾਂ ਆਪਣੀ ਸੱਤਾ ਨੂੰ ਸਟੇਬਲ ਕਰਨ ਵਾਸਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਆ, ਚਾਹੇ ਅੱਜ
ਮੁਸਲਮਾਨ ਹਿੰਦੂ ਦਾ ਮੁੱਦਾ ਲੈ ਕੇ ਆ ਰਹੇ ਆ। ਜਦੋਂ ਹੌਲੀ ਹੌਲੀ ਇਹਨਾਂ ਨੂੰ ਲੱਗੂਗਾ ਵੀ ਇਹ ਫਿਰ ਹਿੰਦੂਆਂ ਨਾਲ ਲੜਾਉਣ ਦਾ ਕੰਮ ਕਰਨਗੇ, ਪਰ ਇਹਨਾਂ ਨੂੰ ਸਿਰਫ ਸੱਤਾ ਚਾਹੀਦੀ ਹੈ, ਸਿਰਫ ਇਹਨਾਂ ਨੂੰ ਆਪਣੀ ਤਾਕਤ ਸਟੇਬਲ ਚਾਹੀਦੀ ਹੈ। ਜੋ ਅੱਜ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਸ਼ਬਦ ਜਿਨ੍ਹਾਂ ਨੂੰ ਲੈ ਕੇ ਪਿੱਛੇ ਤਾਲੀਆਂ ਵੱਜੀਆਂ ਨੇ, ਕਹਿੰਦੇ ਭਾਰਤ ਮਾਤਾ ਦੇ ਜੇ ਅਸੀਂ ਕਹਿ ਸਕਦੇ ਹਾਂ ਕਿ ਕਾਣ ਹੈਗਾ ਜਿਹੜਾ ਉੱਥੇ ਹੋਇਆ, ਤਾਂ ਸਮ੍ਰਿਤੀ ਇਰਾਨੀ ਵੱਲੋਂ ਵੀ ਕਿਹਾ ਗਿਆ ਕਿ ਅਜਿਹੇ ਦੇ ਵਿੱਚ ਤਾੜੀਆਂ ਪਿੱਛੇ ਮਾਰਨੀਆਂ ਕਿੰਨੀ ਕੁ ਵਾਜਬ ਹੈਗੀਆਂ ਸੀ। ਭਾਰਤ ਮਾਤਾ ਦੀ ਗੱਲ ਕੀਤੀ ਗਈ ਇੱਥੇ। ਸਮ੍ਰਿਤੀ ਇਰਾਨੀ ਦੀ ਜੇ ਤੁਸੀਂ ਗੱਲ ਉਹਨਾਂ ਦਾ ਕਮੈਂਟ ਕਰਿਆ ਤਾਂ ਤੁਹਾਨੂੰ ਮੈਂ ਦੱਸਣਾ ਚਾਹੂੰਗਾ, ਸਮ੍ਰਿਤੀ ਇਰਾਨੀ ਇੱਕ ਉਹ ਲੇਡੀ ਹੈ ਜਦੋਂ ਬੀਜੇਪੀ ਸਰਕਾਰ ਸੱਤਾ ਵਿੱਚ ਨਹੀਂ ਆਈ ਸੀ, ਹਮੇਸ਼ਾ ਉਹਨਾਂ ਨੇ ਮੁੱਦਿਆਂ ਦੀ ਗੱਲ ਕੀਤੀ ਸੀ। ਲਗਾਤਾਰ ਮਹਿੰਗਾਈ ਨੂੰ ਲੈ ਕੇ ਗੱਲ ਕੀਤੀ ਸੀ, ਬੇਰੁਜ਼ਗਾਰੀ ਦੀ ਗੱਲ ਕੀਤੀ ਸੀ, ਮਹਿਲਾ ਦੀ ਰੱਖਿਆ ਦੀ ਗੱਲ ਕਰੀ ਸੀ, ਉਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੇ ਪਾਰਟਿਸਪੇਸ਼ਨ ਦੀ ਗੱਲ ਕੀਤੀ ਸੀ। ਪਿਛਲੇ 10 ਸਾਲ ਤੋਂ ਸਾਡੇ ਦੇਸ਼ ਵਿੱਚ ਬੀਜੇਪੀ ਦੀ ਸਰਕਾਰ ਹੈ। ਅੱਜ ਉਹ ਟਿੱਪਣੀ ਕਰ ਰਹੇ ਆ ਸੋਚ ਸਮਝ ਕੇ, ਸਿਰਫ ਉਹੀ ਚੰਦ 2 ਲਾਈਨਾਂ ਚੱਕ ਕੇ ਤਾਂ 2 ਕਮੈਂਟ ਕਰ ਰਹੇ ਆ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਦੇਸ਼ ਦੇ ਹਾਲਾਤ ਚੱਲ ਕੀ ਰਹੇ ਆ। ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ, ਮਹਿੰਗਾਈ ਆਸਮਾਨ ਨੂੰ ਛੂ ਰਹੀ ਹੈ, ਠੀਕ ਹੈ। ਸਾਡੇ ਦੇਸ਼ ਦੀਆਂ ਸਰਹੱਦਾਂ ਮਹਿਫੂਜ਼ ਨਹੀਂ ਰਹੀਆਂ। ਸਾਡੇ ਗਵਾਂਢੀ ਮੁਲਕ ਜੇ ਗੱਲ ਕਰੀਏ ਚਾਈਨਾ ਦੀ, ਸਾਡੇ ਦੇਸ਼ ਦੀ ਸਰਹੱਦ ਦੇ ਵਿੱਚ ਆ ਕੇ ਕਬਜ਼ਾ ਕਰਦਾ ਜਾ ਰਿਹਾ। ਤੇ ਨੂੰਹ ਅਤੇ ਮਣੀਪੁਰ ਬਾਰੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣੂ ਕਰਾਇਆ ਵੀ ਕੀ ਹਾਲਾਤ ਚੱਲ ਰਹੇ ਆ, ਠੀਕ ਹੈ। ਉਸ ਤੋਂ ਬਾਅਦ ਸਾਡੇ ਦੇਸ਼ ਦੇ ਜੋ ਰਾਜਨੇਤਾ ਨੇ, ਜੋ ਲੀਡਰਸ ਨੇ, ਜੋ ਇਹਨਾਂ ਦੇ ਖਿਲਾਫ ਆਵਾਜ਼ ਚੱਕਦਾ ਉਹਨਾਂ ਦੀ ਮੈਂਬਰਸ਼ਿਪ ਨੂੰ ਡਿਸਕੁਆਲੀਫਾਈ ਕੀਤਾ ਜਾਂਦਾ। ਪਰ ਕਿਧਰੇ ਨਾ ਕਿਧਰੇ ਨਿਆਂ ਪ੍ਰਣਾਲੀ ਨੇ ਫਿਰ ਇਨਸਾਫ ਦਿੱਤਾ, ਲੋਕਾਂ ਦੇ ਵਿੱਚ ਇੱਕ ਉਮੀਦ ਜਗਾਈ ਹੈ ਵੀ ਕਿਧਰੇ ਨਾ ਕਿਧਰੇ ਸਾਡੇ ਦੇਸ਼ ਦੀ ਜੋ ਨਿਆਂ ਪ੍ਰਣਾਲੀ ਹੈ ਉਹ ਟਰਾਂਸਪੇਰੈਂਸੀ ਮੈਰਿਟ ਦੇ ਆਧਾਰ ਤੇ ਲੋਕਾਂ ਦਾ ਫੈਸਲਾ ਜੋ ਦੇਣਾ ਚਾਹੁੰਦੀ ਆ ਉਹਦੇ ਤੇ ਉਹ ਆਉਂਦੀ ਹੈ। ਵੱਡੇ ਗੱਠਜੋੜ ਦੀ ਗੱਲ ਹੋ ਰਹੀ ਹੈ, ਕਹਿੰਦੇ ਗੱਠਜੋੜ ਕਿਹੜਾ ਉਹ ਸਾਰਾ ਆਪਣੀ ਸਫਤਾ ਚਮਕਾਉਣ ਦੇ ਲਈ ਇਕੱਠੇ ਹੋਏ ਨੇ, ਉਹਨਾਂ ਨੂੰ ਹੋਰ ਕੁਝ ਨਹੀਂ, ਆਪਣੀ ਸਿਰਫ ਕੁਰਸੀਆਂ ਬਚਾਉਣ ਤੱਕ ਮਤਲਬ ਹੈਗਾ ਕਿ ਕਿਉਂਕਿ ਬੀਜੇਪੀ ਇੰਨੀ ਸਟਰੋਂਗ ਹੋ ਚੁੱਕੀ ਹੈ ਜਿਸ ਨੂੰ ਹਰਾਣਾ ਤੇ ਜਿਸ ਨੂੰ ਲਾਂਭੇ ਕਰਨਾ ਬਹੁਤ ਹੀ ਔਖਾ ਹੈਗਾ। ਅਜਿਹਾ ਸਭ ਕੁਝ ਜਿਹੜਾ ਕਿ ਗੱਠਜੋੜ ਕਰਨ ਜਾ ਰਿਹਾ ਆਉਣ ਸਮੇਂ 'ਚ ਤਾਂ ਸਰਾਸਰ ਝੂਠ। ਜਦੋਂ ਬੁਖਲਾਈ ਹੋਈ ਹੈ ਸੱਤਾ 'ਚ ਬੈਠੀ ਸਰਕਾਰ, ਜਦੋਂ ਇਹਨਾਂ ਨੂੰ ਹੁਣ ਪਿਛਲੇ 10 ਸਾਲ ਤੋਂ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ, ਤਾਨਾਸ਼ਾਹੀ ਰਾਜ ਮੈਂ ਕਹੂੰਗਾ ਇਸ ਨੂੰ। ਜਦੋਂ ਹੁਣ ਇਹਨਾਂ ਨੂੰ ਲੱਗਦਾ ਵੀ ਇੱਕ ਓਪੋਜੀਸ਼ਨ ਪਾਰਟੀਆਂ ਦਾ ਇੱਕ ਕਿਧਰੇ ਨਾ ਕਿਧਰੇ ਬਹੁਮਤ ਬਣ ਜਾ ਰਹੀ ਹੈ, ਇੱਕ ਉਸ ਦਾ ਨਾਮ ਵੀ ਨਿਕਲ ਕੇ ਆਇਆ, ਇੰਡੀਆ ਨਾਮ ਤੋਂ ਅਲਾਈਅੰਸ ਬਣਿਆ, ਤਾਂ ਕਿਧਰੇ ਨਾ ਕਿਧਰੇ ਇਹਨਾਂ ਦੀ ਬੁਖਲਾਹਟ ਹੈ। ਇਹਨਾਂ ਨੂੰ ਅੱਜ ਤੋਂ ਹੀ ਡਰ ਸ਼ੁਰੂ ਹੋ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ ਜੋ ਇਹਨਾਂ ਨੇ ਲੋਕਾਂ ਦੇ ਉੱਤੇ ਅਤਿਆਚਾਰ ਕਰੇ ਨੇ, ਜੋ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਆ, ਇੱਕ ਵੀ ਵਾਅਦੇ ਤੇ ਪੂਰੇ ਨਹੀਂ ਉਤਰੇ। ਚਾਹੇ ਆਪਾਂ ਹਰ ਖਾਤੇ ਵਿੱਚ 15 ਲੱਖ ਦੀ ਗੱਲ ਕਰੀਏ, ਚਾਹੇ ਆਪਾਂ ਕੋਵਿਡ ਟਾਈਮ ਹੈਲਥ ਜਿਹੜਾ ਸਟਰਕਚਰ ਸੀਗਾ ਪੂਰਾ ਕਲੈਪਸ ਕਰ ਗਿਆ, ਹੋਰ ਵੀ ਇੰਨੀਆਂ ਕਿੰਨੀਆਂ ਇਹੋ ਜਿਹੀਆਂ ਇਹਨਾਂ ਨੇ ਵੱਡੇ ਜੋ ਸੁਪਨੇ ਦਿਖਾਏ ਸੀ, ਇੱਕ ਤੇ ਵੀ ਖਰੇ ਨਹੀਂ ਉਤਰੇ। ਫਿਰ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਮੈਰਿਟ ਬੇਸ ਤੇ ਜੋ ਲੋਕਾਂ ਦੇ ਨਾਲ ਅਸੀਂ ਵਾਅਦੇ ਕੀਤੇ ਸੀ ਉਹਦੇ ਤੇ ਅਸੀਂ ਪੂਰਾ ਨਹੀਂ ਉਤਰ ਸਕੇ, ਉਸ ਤੇ ਅਸੀਂ ਜੋ ਇਹਨਾਂ ਦਾ ਕੰਟਰੀਬਿਊਸ਼ਨ ਸੀਗਾ ਲੋਕਾਂ ਨੂੰ ਲੈ ਕੇ ਉਹਦੇ ਤੇ ਨਹੀਂ ਪੂਰਾ ਕਰ ਪਏ, ਤੇ ਕਿਧਰੇ ਨਾ ਕਿਧਰੇ ਲੋਕਾਂ ਨੂੰ ਡਿਸਟਰੈਕਟ ਕਰਨ ਵਾਸਤੇ ਇਹ ਧਰਮ ਦੇ ਨਾਮ ਤੇ ਰਾਜਨੀਤੀ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਆ। ਤੇ ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਓਪੋਜੀਸ਼ਨ ਦੇ ਵਿੱਚ ਇਹਨਾਂ ਨੂੰ ਲੱਗਦਾ ਵੀ ਤੁਸੀਂ ਗੱਲ ਕਰੀ ਵੀ ਜੋ ਓਪੋਜੀਸ਼ਨ ਇਕੱਠੀ ਹੋ ਚੁੱਕੀ ਹੈ ਆਪਣੀਆਂ ਕੁਰਸੀਆਂ ਬਚਾਉਣ ਵਾਸਤੇ, ਕੁਰਸੀਆਂ ਬਚਾਉਣ ਵਾਸਤੇ ਨਹੀਂ, ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਸਾਡੀ ਪਹਿਲ ਹੈ। ਚਾਹੇ ਉਹ ਜਿੰਨੀਆਂ ਵੀ ਪਾਰਟੀਆਂ ਇਕੱਠੀਆਂ ਹੋਈਆਂ, ਕਿਧਰੇ ਨਾ ਕਿਧਰੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀਆਂ ਸਟੇਟਾਂ ਦਾ ਫੈਡਰਲ ਸਟਰਕਚਰ ਤਬਾਹ ਕੀਤਾ ਜਾ ਰਿਹਾ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਤਾਂ ਜਦੋਂ ਉਹਨਾਂ ਨੇ ਵਾਜਬ ਸਮਝਿਆ ਵੀ ਸਭ ਤੋਂ ਪਹਿਲਾਂ ਸਾਡੇ ਦੇਸ਼ ਦੇ ਫੈਡਰਲ ਸਟਰਕਚਰ ਨੂੰ, ਸਾਡੇ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਹੋਣੀ ਚਾਹੀਦੀ ਹੈ। ਜੇ ਸਾਡੇ ਦੇਸ਼ ਦਾ ਲੋਕਤੰਤਰ ਬਚੂਗਾ, ਸਾਈਂ ਉਹ ਲੀਡਰ ਬਚਣਗੇ, ਤਾਂ ਹੀ ਸਾਡੇ ਦੇਸ਼ ਦੀ ਪੂਰੀ ਆਬਾਦੀ ਬਚੂਗੀ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਵੀ ਜੋ ਇਹਨਾਂ ਦੀ ਬਖਲਾਹਟ ਹੈ ਕਿਧਰੇ ਨਾ ਕਿਧਰੇ ਸਿਗਨਲ ਦੇ ਰਹੀ ਹੈ ਵੀ 24 ਦੇ ਵਿੱਚ ਕੀ ਰਿਜ਼ਲਟ ਆਉਣ ਵਾਲਾ। ਤੇ ਇਹਨਾਂ ਦੀ ਜੋ ਬਖਲਾਹਟ ਨੇ ਅੱਜ ਤੋਂ ਹੀ ਇਹ ਜੋ ਇੱਕ ਨਗਾਰਾ ਵੱਜ ਚੁੱਕਿਆ ਵੀ ਕਿਧਰੇ ਨਾ ਕਿਧਰੇ ਜੋ ਓਪੋਜੀਸ਼ਨ ਹੈ, ਜਿਹੜਾ ਇਹ ਅਲਾਈਅੰਸ ਬਣ ਜਾ ਰਿਹਾ ਇੰਡੀਆ ਦਾ, ਇਹ ਕਿਧਰੇ ਨਾ ਕਿਧਰੇ ਇੱਕ ਫਰੂਟਫੁਲ ਰਿਜ਼ਲਟ ਲੈ ਕੇ ਆਊਗਾ। ਤੇ ਸੱਤਾ ਦੇ ਵਿੱਚ ਕਾਂਗਰਸ ਪਾਰਟੀ ਪੂਰੀ ਓਪੋਜੀਸ਼ਨ ਦੀਆਂ ਪਾਰਟੀਆਂ ਨੂੰ ਨਾਲ ਲੈ ਕੇ ਇੱਕ ਵੱਡੀ ਬਹੁਮਤ ਨਾਲ ਆਊਗੀ। ਤੇ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਜੋ ਲੋਕਾਂ ਦੇ ਸੁਪਨੇ ਨੇ, ਲੋਕਾਂ ਦੀਆਂ ਜੋ ਉਮੀਦਾਂ ਨੇ ਸਰਕਾਰਾਂ ਤੋਂ, ਉਹ ਪੂਰੀਆਂ ਪਹਿਲ ਦੇ ਆਧਾਰ ਤੇ ਹੋਣਗੀਆਂ। ਚਾਹੇ ਉਹ ਬੇਰੁਜ਼ਗਾਰੀ ਹੋਵੇ, ਚਾਹੇ ਉਹ ਮਹਿੰਗਾਈ ਹੋਵੇ, ਦੇਸ਼ ਦੀਆਂ ਸਰਹੱਦਾਂ ਦੀ ਮਹਿਫੂਜ਼ੀ ਦੀ ਗੱਲ ਹੋਵੇ, ਹਰ ਸਟੇਟ ਦਾ ਜੋ ਫੈਡਰਲ ਸਟਰਕਚਰ ਆ ਉਹਨੂੰ ਪ੍ਰੋਟੈਕਸ਼ਨ ਦੀ ਗੱਲ ਹੋਵੇ, ਜੋ ਇੱਕ ਅਮਨ ਅਤੇ ਸ਼ਾਂਤੀ ਸਾਡੇ ਦੇਸ਼ ਵਿੱਚ ਬਣੀ ਰਵੇ, ਜੋ ਇੱਕ ਹਰ ਜੋ ਸਾਡੇ ਦੇਸ਼ ਦੇ ਸੰਵਿਧਾਨ ਦੇ ਪਿੱਲਰ ਹੈ ਉਹ ਇੰਡੀਪੈਂਡੈਂਟ ਹੋ ਕੇ ਆਮ ਲੋਕਾਂ ਦੇ ਪੱਖ ਦੀ ਗੱਲ ਕਰਨ, ਨਾ ਕਿ ਇੱਕ ਸੱਤਾ ਵਿੱਚ ਬੈਠੀ ਹੋਈ ਸਰਕਾਰ ਦੇ ਅਧੀਨ ਹੋ ਕੇ ਉਹਨਾਂ ਦੀ ਹਮੇਸ਼ਾ ਗੱਲ ਨੂੰ ਸੁਣਨ ਤੇ ਲੋਕਾਂ ਦੀ ਆਵਾਜ਼ ਨੂੰ ਦਰਕਨਾਰ ਕਰਨਾ। ਇੱਕ ਪੁਆਇੰਟ ਮੈਂ ਇਹ ਵੀ ਐਡ ਕਰਨਾ ਚਾਹੂੰਗਾ ਜੀ, ਕਿਧਰੇ ਨਾ ਕਿਧਰੇ ਜਿਵੇਂ ਆਪਾਂ ਗੱਲ ਕਰੀਏ, ਜਦੋਂ ਇਲੈਕਸ਼ਨ ਆਉਂਦੇ ਆ, ਇਹ ਪਾਰਟੀਆਂ ਜਿਹੜੀਆਂ ਸੱਤਾ 'ਚ ਬੈਠੀਆਂ ਹੋਈਆਂ ਆਪਣੀ ਸੱਤਾ ਨੂੰ ਮਹਿਫੂਜ਼ ਕਰਨ ਵਾਸਤੇ, ਆਪਣੀ ਸੱਤਾ ਨੂੰ ਮੁੜ ਦੁਬਾਰਾ ਲਿਆਉਣ ਵਾਸਤੇ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਉਂਦੀਆਂ ਨੇ। ਜਿਵੇਂ ਲਾਸਟ ਗੱਲ ਕਰੀਏ 2019 ਦੇ ਵਿੱਚ, ਜਦੋਂ ਇਹਨਾਂ ਨੂੰ ਲੱਗਿਆ ਵੀ ਕਿਧਰੇ ਨਾ ਕਿਧਰੇ ਇਹ ਸੱਟ ਖਾ ਸਕਦੇ ਆ, ਤਾਂ ਇਹਨਾਂ ਨੇ ਲਾਸਟਲੀ ਜੋ ਇੱਕ
ਇਹਨਾਂ ਦੇ ਪਾਰਟੀ ਦੇ ਗਵਰਨਰ ਜਾਂ ਪਾਰਟੀ ਵੱਲੋਂ ਅਪਾਇੰਟਡ ਕੀਤੇ ਗਏ ਜੰਮੂ ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਦੀ ਜੋ ਇੱਕ ਸਟੇਟਮੈਂਟ ਆਉਂਦੀ ਹੈ, ਜੋ ਉਹਨਾਂ ਨੇ ਸਾਰਾ ਸਿਸਟਮ ਜੋ ਇੱਕ ਐਕਸਪੋਜ਼ ਕੀਤਾ ਬੀਜੇਪੀ ਪਾਰਟੀ ਨੂੰ, ਕਿਸ ਤਰ੍ਹਾਂ ਨੇ ਇਹਨਾਂ ਨੇ ਜੋ ਪੁਲਵਾਮਾ ਵਾਲਾ ਅਟੈਕ ਕਿਧਰੇ ਨਾ ਕਿਧਰੇ ਉਹਦੇ ਬਾਰੇ ਉਹਨਾਂ ਨੇ ਵਿਸਤਾਰ ਦੇ ਵਿੱਚ ਦੱਸਿਆ ਵੀ ਕਿੱਡੇ ਵੱਡੇ ਪੱਧਰ ਤੇ ਸਾਡੇ ਦੇਸ਼ ਦੇ ਦੋ ਸਭ ਤੋਂ ਵੱਡੇ ਜੋ ਇੱਕ ਬਹੁਤ ਵੱਡਾ ਨਾਰਾ ਹੈ, ਜੈ ਜਵਾਨ ਤੇ ਜੈ ਕਿਸਾਨ। ਜੇ ਜਵਾਨ ਸਾਡੇ ਦੇਸ਼ ਦੇ ਮਹਿਫੂਜ਼ ਨਹੀਂ, ਕਿਧਰੇ ਨਾ ਕਿਧਰੇ ਉਹਨਾਂ ਨੇ ਜਦੋਂ ਮੰਗ ਕਰੀ ਵੀ ਜਵਾਨਾਂ ਦੀ ਟਰਾਂਸਪੋਰਟੇਸ਼ਨ ਵਾਸਤੇ ਵੀ ਕਿਧਰੇ ਨਾ ਕਿਧਰੇ ਉਹਨਾਂ ਨੇ ਟਰੈਵਲ ਕਰਨਾ ਤਾਂ ਕਿਧਰੇ ਨਾ ਉਹਨਾਂ ਨੂੰ ਥਰੂ ਏਅਰ ਕੀਤਾ ਜਾਵੇ, ਪਰ ਕਿਧਰੇ ਨਾ ਕਿਧਰੇ ਉਹਦੇ ਪਿੱਛੇ ਆਪਾਂ ਕੀ ਸਮਝ ਸਕਦੇ ਹਾਂ? ਉਹਦੇ ਪਿੱਛੇ ਸਿਰਫ ਗੰਦੀ ਰਾਜਨੀਤੀ ਹੋਈ, ਕਿਉਂਕਿ ਸਤਿਆਪਾਲ ਮਲਿਕ ਜੀ ਨੇ ਓਪਨਲੀ ਇਹ ਚੀਜ਼ਾਂ ਨੂੰ ਐਕਸਪੋਜ਼ ਕੀਤਾ, ਓਪਨਲੀ ਉਹਨਾਂ ਨੇ ਬੋਲਡਲੀ ਬੋਲਿਆ, ਕਿਉਂਕਿ ਕਿਧਰੇ ਨਾ ਕਿਧਰੇ ਅਸੀਂ ਪਾਰਟੀ ਦੇ ਲੀਡਰ ਕਿਸੇ ਪਾਰਟੀ ਨਾਲ ਤਾਲੁਕਾਤ ਰੱਖਦੇ ਹਾਂ, ਉਹਦੇ ਨਾਲ ਅਸੀਂ ਇਨਸਾਨ ਵੀ ਹਾਂ। ਕਿਧਰੇ ਨਾ ਕਿਧਰੇ ਜੇ ਕਿਸੇ ਤੋਂ ਕੋਈ ਗਲਤੀ ਹੋਈ ਹੈ ਜਾਂ ਸਾਡੇ ਸਾਹਮਣੇ ਕੋਈ ਗਲਤੀ ਹੋਈ ਹੈ, ਉਹ ਆਖਰਕਾਰ ਜੱਗ ਜ਼ਾਹਿਰ ਹੋਊਗੀ। ਜਦੋਂ ਉਹਨਾਂ ਨੇ ਜਦੋਂ ਉਹ ਇਨਸੀਡੈਂਟ ਹੋਇਆ, ਪਰ ਲਾਸਟਲੀ ਉਹਨਾਂ ਨੇ 4-5 ਮਹੀਨੇ ਪਹਿਲੇ ਇਸ ਟੌਪਿਕ 'ਤੇ ਓਪਨਲੀ ਡਿਬੇਟ ਕਰੀ, ਮੀਡੀਆ ਦੇ ਸਾਹਮਣੇ ਆਏ, ਉਹਨਾਂ ਨੇ ਓਪਨਲੀ ਇਸ ਚੀਜ਼ ਨੂੰ ਅਸੈਪਟ ਵੀ ਕਰਿਆ ਵੀ ਇਹ ਬੀਜੇਪੀ ਦਾ ਬਹੁਤ ਵੱਡਾ ਬਲੰਡਰ ਸੀ। ਬੀਜੇਪੀ ਨੇ ਕਿਧਰੇ ਨਾ ਕਿਧਰੇ ਇਸ ਚੀਜ਼ ਦੀ ਜੋ ਖਾਮੀ ਰਹੀ ਹੈ, ਉਹਦੇ ਕਰਕੇ ਇਸ ਪਾਰਟੀ ਦਾ ਵੀ ਜੋ 19 ਵਾਲਾ ਇਲੈਕਸ਼ਨ ਸੀ ਉਹਦੇ ਵਿੱਚ ਫਾਇਦਾ ਲੈਣ ਵਾਸਤੇ ਕਿਧਰੇ ਨਾ ਕਿਧਰੇ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਇਆ। ਅਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਇਹ ਸੱਤਾ 'ਚ ਬੈਠੀ ਸਰਕਾਰ, ਸੱਤਾ 'ਚ ਬੈਠੀ ਬੀਜੇਪੀ ਪਾਰਟੀ ਇਸ ਹੱਦ ਤੱਕ ਜਾ ਸਕਦੀ ਹੈ ਵੀ ਜਿੱਥੇ ਸਾਡੇ ਦੇਸ਼ ਦੇ ਜਵਾਨ ਦਾ ਵੀ ਕਿਧਰੇ ਨਾ ਕਿਧਰੇ ਉਸ ਨੂੰ ਇਸਤੇਮਾਲ ਕੀਤਾ ਗਿਆ, ਉਹਨਾਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਰਬਾਨੀਆਂ ਨੂੰ ਜਾਇਆ ਨਾ ਜਾਣ ਦਈਏ, ਉਹਨਾਂ ਦੀ ਕੁਰਬਾਨੀਆਂ ਦਾ ਅਸੀਂ ਬਦਲਾ ਲਈਏ, ਕਿਉਂਕਿ ਸਾਡੇ ਦੇਸ਼ ਦੀਆਂ ਸਰਹੱਦਾਂ ਨੂੰ ਮਹਿਫੂਜ਼ ਕਰਨ ਵਾਸਤੇ ਉਹ ਆਪਣੀਆਂ ਕੁਰਬਾਨੀਆਂ ਦਿੰਦੇ ਆ, ਆਪਣੀਆਂ ਜਾਨਾਂ ਵਾਰ ਕੇ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਆ। ਤਾਂ ਕਿਧਰੇ ਨਾ ਕਿਧਰੇ ਸਾਡੇ ਦੇਸ਼ ਦੀ ਪੂਰੀ ਆਬਾਦੀ ਦਾ ਇਹ ਫਰਜ਼ ਬਣਦਾ ਵੀ ਸਾਨੂੰ ਹੱਕ ਸੱਚ ਦੀ ਲੜਾਈ ਖਾਤਰ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਜੋ ਫੌਜੀ ਵੀਰ ਨੇ ਸਾਡੇ ਮਹਿਫੂਜ਼ ਰੱਖਦੇ ਆ ਸਰਹੱਦਾਂ ਨੂੰ, ਉਹਨਾਂ ਵਾਸਤੇ ਕਿਧਰੇ ਨਾ ਕਿਧਰੇ ਸਾਨੂੰ ਇਹਦੇ 'ਤੇ ਆਉਣ ਵਾਲੇ ਸਮੇਂ ਦੇ ਵਿੱਚ 24 ਦੇ ਵਿੱਚ ਜਵਾਬ ਦੇਣਾ ਚਾਹੀਦਾ। ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਜੋ ਇਹਨਾਂ ਨੇ 19 ਦੇ ਵਿੱਚ ਕਿਧਰੇ ਨਾ ਕਿਧਰੇ ਜੋ ਇਹਨਾਂ ਦਾ ਉਹਦੇ ਵਿੱਚ ਉਸ ਟੌਪਿਕ ਬਾਰੇ, ਉਸ ਇੰਸੀਡੈਂਟ ਬਾਰੇ ਇਹਨਾਂ ਨੂੰ ਉਸ ਤੋਂ ਪਹਿਲਾਂ ਪਤਾ ਸੀ, ਕਿਧਰੇ ਨਾ ਕਿਧਰੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ 24 ਦੇ ਵਿੱਚ ਲੋਕਾਂ ਨੇ ਉਸ ਦਾ ਇਹਨਾਂ ਨੂੰ ਸਬਕ ਸਿਖਾਇਆ। ਸੋ ਇਹ ਸੀ ਸਾਡੇ ਨਾਲ ਗੁਰਜੋਤ ਸਿੰਘ ਸੰਧੂ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਸਰਕਾਰਾਂ ਹੈਗੀਆਂ, ਸਰਕਾਰਾਂ ਦਾ ਮੁੱਖ ਕੰਮ ਹੁੰਦਾ ਹੈ ਫੈਡਰਲ ਸਟਰਕਚਰ ਨੂੰ ਚਲਾਉਣਾ, ਲੋਕਾਂ ਦਾ ਭਲਾ ਕਰਨਾ ਤੇ ਜਿਹੜੀ ਮਹਿੰਗਾਈ ਹੈਗੀ ਉਸ ਦੇ ਉੱਪਰ ਕੰਟਰੋਲ ਕਰਨਾ। ਤਾਂ ਜਿਹੜੇ ਲੋਕਾਂ ਨੂੰ ਉਮੀਦ ਹੁੰਦੀ ਹੈ ਉਹ ਸਾਡੇ ਗੱਠਜੋੜ ਤੇ ਜ਼ਰੂਰ ਹੋਏਗੀ ਆਉਣ ਵਾਲੇ ਸਮੇਂ 'ਚ। ਜਦ ਸਮਾਂ ਲੈਂਦਾ ਇਜਾਜ਼ਤ ਚਾਹੁੰਦਾ, ਤੁਹਾਡਾ ਕੈਮਰਾ ਪਰਸਨ ਸ਼ੇਖ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।